بسم اللہ الرحمن الرحیم السلام علیکم ورحمۃ اللہ خاکسار ਪ੍ਰੋਗਰਾਮ ਅਸਲ ਗੱਲ ਦੇ ਨਾਲ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੇ ਅੱਜ ਦੀ ਅਸਲ ਗੱਲ ਜਿਹੜੀ ਬੜੀ ਅਜੀਬੋ ਗਰੀਬ ਹੈ ਔਰ ਬਹੁਤ ਇੰਪੋਰਟੈਂਟ ਵੀ ਹੈ, ਬੜੀ ਅਹਿਮੀਅਤ ਦੀ ਹਾਮਲ ਵੀ ਹੈ, ਕਿਉਂਕਿ ਉਸ ਚੀਜ਼ ਦੀ ਵਜ੍ਹਾ ਤੀ, ਉਸ ਅਕੀਦੇ ਦੀ ਵਜ੍ਹਾ ਤੀ ਬਹੁਤ ਸਾਰੇ ਮਾਸੂਮ ਲੋਕਾਂ ਦੀਆਂ ਜਾਨਾਂ ਵੀ ਗਈਆਂ ਨੇ। ਮਗਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੱਸਾਂਗਾ, ਦੇ ਵਿੱਚ ਵੀ ਗੱਲ ਕਰਾਂਗਾ। ਮੇਰੇ ਹੱਥ 'ਚ ਕਿਤਾਬ ਰੂਹਾਨੀ ਖਜ਼ਾਇਨ ਜਿਲਦ ਨੰਬਰ 2, ਜਿਹੜੀ ਹਜ਼ਰਤ ਮਸੀਹ ਮੌਦ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਮਸੀਹ ਮੌਦ ਮੇਹਦੀ ਮੌਦ अलैहिस्सलाम ने लिखी सी। और इस किताब ਦੇ ਵਿੱਚ ਪੁਰਾਣੀ ਤਹਿਰੀरें ਸੁरमा ਚਸ਼ਮੇ ਆਰੀਆ ਸ਼ਾਨਾ ਹੱਕ ਸਬਜ਼ ਇਸ਼ਤਿਹਾਰ, ਇਹ 4 ਕਿਤਾਬਾਂ ਨੇ। ਇਹਦੇ 'ਚ ਅੱਜ ਦੇ 'ਚੋਂ ਮੈਂ ਤੁਹਾਨੂੰ ਜਿਹੜੀ ਸੁरमा ਚਸ਼ਮੇ ਆਰੀਆ ਇਹ ਪੜ੍ਹ ਕੇ ਸੁਣਾਵਾਂਗਾ ਚੰਦ ਗੱਲਾਂ। ਇੱਕ ਲੰਮੀ ਚੌੜੀ ਕਿਤਾਬ ਹੈ। ਸੁरमा ਚਸ਼ਮੇ ਦਾ ਮਤਲਬ ਹੈ ਕਿ ਆਰੀਆ ਇੱਕ ਹਿੰਦੂਆਂ ਦੀ ਕੌਮ ਹੈ, ਹਿੰਦੂਆਂ ਦਾ ਇੱਕ ਫਿਰਕਾ ਹੈ। ਉਹਨੂੰ ਮੁਖਾਤਬ ਕਰਕੇ ਉਹਨਾਂ ਦੀਆਂ ਅੱਖਾਂ ਵਾਸਤੇ ਸੁਰਮਾ, ਤਾਂ ਕਿ ਉਹਨਾਂ ਨੂੰ ਨਜ਼ਰ ਆਵੇ। ਤੇ ਉਹ ਲਿਖਣ ਦੀ ਵਜ੍ਹਾ ਇਹ ਬਣੀ, ਪਿੱਛੇ ਗੱਲ ਕੀ ਸੀ ਕਿ ਉਹਦੇ 'ਚ ਲਿਖਦੇ ਹਜ਼ਰਤ ਸਾਹਿਬ ਕਿ ਇਹ ਕਿਤਾਬ ਜਿਹੜੀ ਮਾਰਚ 1886 ਦੇ ਮਹੀਨੇ 'ਚ, ਜਿਸ ਵਕਤ ਕਿ ਮੈਂ ਹੁਸ਼ਿਆਰਪੁਰ ਵਿੱਚ ਮੁਕੀਮ ਸੀ, ਲਾਲਾ ਮੁਰਲੀਧਰ ਸਾਹਿਬ ड्राइंग मास्टर आर्या समाज जो होशियारपुर के एक अला दर्जे के रुकन और मदारुल महाम थे, मजहबी मुबासा आपस में इन्हों की गुफ्तगू हुई सी, मनाजरा होया सी, जिस दे विच वो बार बार इतराज़ करते। उन्हें कहा भी सी कि तुसीं मेरे नाल गल करो ना, मैं तुहाडे नाल गल करना चाहना। तो इस्लाम की तालीम के उत्ते उन्हें इतराज़ात किए लिख के। ये मजहबी मुनाजरा असल च होया ਜਿਹੜਾ ਹੋਣਾ ਸੀ, ਔਰ ਲਿਖ ਕੇ ਹੋਇਆ ਸਾਰਾ। ਮਗਰ ਜਿਸ ਵਕਤ ਹਜ਼ਰਤ ਸਾਹਿਬ ਨੇ ਅੱਗੋਂ ਕੋਈ ਇਤਰਾਜ਼ ਕੀਤੇ ਹਿੰਦੂਆਂ ਦੀ ਤਾਲੀਮ ਦੇ ਉੱਤੇ, ਇੱਕ ਲੰਮਾ ਚੌੜਾ ਮੁਨਾਜ਼ਰਾ ਹੋਇਆ। ਮਗਰ ਜੋ ਦੂਸਰਾ ਦਿਨ ਹੋਇਆ ਨਾ, ਤੇ ਰਾਤ ਕੋ 7-8 ਦਾ ਹੀ ਟਾਈਮ ਹੋਇਆ ਸੀ, ਕਿਉਂਕਿ ਮਾਰਚ 'ਚ ਠੰਡ ਹੁੰਦੀ। ਤੇ ਇਹਨਾਂ ਕਿਹਾ ਜੀ ਮੈਂ ਥੱਕ ਗਿਆ, ਰਾਤ ਬਹੁਤ ਹੋ ਗਈ। ਕਿਉਂਕਿ ਅਸਲ ਗੱਲ ਇਹ ਸੀ ਕਿ ਹਜ਼ਰਤ ਸਾਹਿਬ ਦੇ ਸਵਾਲਾਂ ਦਾ ਜਵਾਬ ਅੱਗੋਂ ਨਹੀਂ ਸੀ ਦੇ ਸਕੇ, ਔਰ ਉਹਨਾਂ ਦੇ ਬੇਸ਼ੁਮਾਰ ਇਤਰਾਜ਼ਾਤ ਸੀ ਇਸਲਾਮ ਦੇ ਉੱਤੇ। ਇਹ ਬੜੀ ਲੰਮੀ ਚੌੜੀ ਕਿਤਾਬ ਹੈ, ਪੜ੍ਹਨ ਵਾਲੀ ਬੜੀ। ਮੈਂ ਤਮਾਮ ਭਾਈਆਂ ਅੱਗੇ ਅਹਿਮਦੀ ਅੱਗੇ ਖਾਸ ਤੌਰ 'ਤੇ, ਦੂਸਰਿਆਂ ਅੱਗੇ ਖਾਸ ਤੌਰ 'ਤੇ, ਆਮ ਤੌਰ 'ਤੇ ਗੁਜ਼ਾਰਿਸ਼ ਕਰਨਾ ਜਿਹੜੇ ਗੈਰ ਅਹਿਮਦੀ ਕਿ ਜ਼ਰੂਰ ਇਸ ਕਿਤਾਬ ਨੂੰ ਪੜ੍ਹੋ, ਔਰ ਅਸਲ ਗੱਲ ਪਤਾ ਲੱਗੇ ਕਿ ਇਹਨਾਂ ਨੇ ਇਸਲਾਮ ਦੀ ਕੀ ਖਿਦਮਤ ਕੀਤੀ ਇਸ ਅਜ਼ੀਮ ਸ਼ਾਨ ਹਸਤੀ ਨੇ। ਔਰ ਬੇਸ਼ੁਮਾਰ ਗੱਲਾਂ ਇਹਦੇ 'ਚ ਹੋਈਆਂ। ਮਗਰ ਇੱਕ ਤਾਂ ਸ਼ਕਲ ਕਮਰ, ਯਾਨੀ ਚੰਦ ਦੇ ਉੱਤੇ ਕਦੇ ਦੇਖੋ ਨਾ, ਇਹ ਮੁਸਲਮਾਨ ਕੈਸੀ ਅਜੀਬ ਕੌਮ ਹੈ ਕਿ ਜਿਹੜੇ ਚੰਦ ਚੜ੍ਹਦਾ ਤਾਂ ਉਸ ਲਈ ਸ਼ੱਕ 'ਚ ਪੈ ਜਾਂਦੇ ਨੇ ਕਿ ਕਿਆ ਚੰਦ ਚੜ੍ਹਿਆ ਕਿ ਨਹੀਂ। ਔਰ ਸ਼ਕਲ ਕਮਰ ਵਾਲੇ ਮੌਜੂਦ 'ਤੇ ਇਤਰਾਜ਼ ਕੀਤੇ, ਔਰ ਇਸਲਾਮ ਦੇ ਉੱਤੇ ਇਤਰਾਜ਼ ਕੀਤੇ ਸੀ। ਇਹਦਾ ਅੱਗੋਂ ਜਵਾਬ ਵੀ ਦਿੱਤਾ ਹਜ਼ੂਰ ਨੇ, ਬੜਾ ਸ਼ਾਫੀ, ਕਾਫੀ ਲੰਮਾ ਬਸ ਹੈ, ਮੈਂ ਇਹਦੇ ਟਾਈਮ ਨਹੀਂ ਕਰਾਂ ਗੱਲ। ਤੇ ਹਜ਼ੂਰ ਨੇ ਇੱਕ ਗੱਲ ਇਹ ਕੀਤੀ ਕਿ ਤੁਹਾਨੂੰ ਪਤਾ, ਮੈਂ ਕਿਹਾ ਕਿ ਇੱਕ ਅਜੀਬ ਗੱਲ ਕਰਨੀ, ਗਾਂ ਜਿਹੜੀ ਹੈ, ਗਾਏ, ਉਸ ਜਾਨਵਰ ਦੇ ਵਿੱਚ ਬਹੁਤ ਸਾਰੇ ਮਾਸੂਮ ਲੋਕ ਮਾਰੇ ਗਏ, ਸਪੈਸ਼ਲੀ ਮੁਸਲਮਾਨ, ਕਦੇ ਸਿੱਖਾਂ ਦੇ ਹੱਥੋਂ, ਕਦੇ ਮੁਸਲਮਾਨ ਹਿੰਦੂਆਂ ਦੇ ਹੱਥੋਂ, ਕਦੇ ਕੋਈ ਕਸਾਈ ਜਿਹੜਾ ਉਹ ਹੀ ਵਿਚਾਰੇ ਉਹਨੂੰ ਹੀ ਮਾਰ ਛੜਿਆ। ਤੇ ਮੈਂ ਜਲਦੀ ਇਹ ਗੱਲ ਦੱਸਾਂਗਾ, ਕਿਉਂਕਿ ਉਹਦੇ 'ਚ ਕਿ ਉਹੀ ਗੱਲ ਕੀ ਹੈ ਕਿ ਉਹਨਾਂ ਨੇ ਇਤਰਾਜ਼ ਦੇ ਕਾਫੀ ਸ਼ਾਫੀ ਜਵਾਬ ਦਿੰਦਿਆਂ ਹੁੰਦਿਆਂ, ਔਰ ਮੁਸਲਮਾਨ ਦਾ ਮਜ਼ਾਕ ਉਡਾਇਆ ਕਿ ਦੇਖੋ ਨਾ, ਇੱਕ ਚੰਨ ਨਹੀਂ ਚੜ੍ਹ ਜੇ ਤੇ ਇਹਨਾਂ ਨੂੰ ਮੁਸੀਬਤ ਹੀ ਨਹੀਂ ਪੈ ਜਾਂਦੀ ਹੈ। ਕਿ ਉਹ ਮੁਸਲਮਾਨਾਂ ਨੂੰ ਇਹ ਨਹੀਂ ਪਤਾ ਕਿ ਚੰਨ ਕਿਸ ਟਾਈਮ ਚੜ੍ਹਦਾ ਤੇ ਕਿਸ ਟਾਈਮ ਨਹੀਂ ਚੜ੍ਹਦਾ। ਇਹ 1886 ਦੀ ਗੱਲ ਹੈ, ਅੱਜ ਸੀ 134 ਸਾਲ ਪਹਿਲਾਂ ਇਹ ਗੁਫ਼ਤਗੂ ਹੁਸ਼ਿਆਰਪੁਰ ਹਿੰਦੁਸਤਾਨ ਦੇ ਵਿੱਚ ਹੋਈ ਸੀ। ਇਹ ਵੀ ਹੋ ਸਕਦਾ ਕਿ ਅੱਜ ਜਿਹੜੀ ਮੈਂ ਗੱਲ ਕਰਾਂ, ਮੇਰੇ ਬਾਜ਼ ਦੋਸਤ ਜਿਹੜੇ ਗੈਰ ਮੁਸਲਿਮ ਨੇ, ਹਿੰਦੂ ਜਾਂ ਸਿੱਖ, ਮੇਰੇ ਨਾਰਾਜ਼ ਹੋਣ। ਮਗਰ ਮੇਰਾ ਮਕਸਦ ਕਿਸੇ ਦੀ ਦਿਲ ਦੁਖਾਣਾ ਨਹੀਂ ਹੈ, ਸਿਰਫ ਹਕੀਕਤ ਦੱਸਣਾ ਕਿ ਪੜ੍ਹਿਓ, ਸੋਚੋ ਤੁਸੀਂ ਕਿ ਇਹ ਗੱਲ ਕੀ, ਮਿਹਰਬਾਨੀ ਕਰੋ। ਮਗਰ ਕਹਿੰਦੇ ਨੇ ਕਿ ਉਹ ਮੁਸਲਮਾਨ ਦਾ ਮਜ਼ਾਕ ਉਡਾਉਂਦੇ। ਅੱਗੋਂ ਹਜ਼ੂਰ ਨੇ ਇੱਕ ਜਵਾਬ ਦਿੱਤੇ, ਕਹਿੰਦੇ ਨੇ ਕਿ ਮੁਸਲਮਾਨ ਨੂੰ ਪਤਾ ਹੀ ਕੋਈ ਨਹੀਂ ਇਤਨਾ ਚੰਨ ਕਿਸ ਵਕਤ ਚੜ੍ਹਦਾ ਕਿਸ ਵਕਤ ਨਿਕਲਦਾ। ਯਾਨੀ ਕਿ ਇਹ ਮਾਸਟਰ ਸਾਹਿਬ ਜਿਹੜੇ ਸੀ ਆਰੀਆ ਮਾਸਟਰ ਮੁਰਲੀਧਰ ਸਾਹਿਬ, ਉਹਨਾਂ ਨੇ ਕੋਈ ਜਵਾਬ ਦਿੱਤਾ ਕਿ ਹਿੰਦੂ ਦੇ ਮਾਸ਼ਾਅੱਲਾ ਬੜੇ ਅੱਗੇ ਪਹੁੰਚ ਗਏ ਨੇ ਨਾ ਇਸ ਹਿਸਾਬ, ਯਾਨੀ ਕਿ ਕੋਈ ਤਨਜ਼ੀਆ ਜਵਾਬ ਦਿੱਤਾ। कहते हैं कि इस वसफ़ के अवामुन्नास किस कौम में नहीं पाए जाते। जरा तहरीर है मैं वो पढ़ाऊंगा। बल्कि एक हिंदू साहब ने रेल को देखकर जोकर से सजदा किया कि तेरा धन बैल है, तेरा धन बाल है, तू माता देवी है। क्या इन लोगों की निस्बत कह सकते हैं कि इनको भी तबी या फिलासफी की बू पहुंची है? भला आप ही फरमाइए। कहते कि इन्होंने को पता लग सकता है कि इन्होंने साइंस का या कोई दुनियावी तरक्की का पता है, या कोई पता है कि रेल गड्डी उस नवी सी, रेल गड्डी को सजदा कर छड़िया जवान ने। ਹੁਣ ਇਹੋ ਜਿਹੇ ਲੋਕ इस तरह करने कि ये मसलन देखो कि आर्या लोगों की फ़िलासफ़ी ये बताती है गाय जो एक हैवान है
مسئلہ آواگون کے روح سے کسی زمانہ میں برمن کی قوم میں سے یعنی ایک برمنی تھی، یعنی کہ گاں جڑی ایک اپنا بی بی سی، عورت سی ایک، پھر کسی پلید اور برے کام کے ارتکاب سے بعض کہتے ہیں کہ زنا کے باعث سزا یاب ہو کر گائے کی جون میں آ گئی، کیونکہ انہوں نے ایک عقیدہ نا کہ بھئی اگر تسی اچھا کام کرو گے تو اگلے جنم میں تھوڑا اگلی زندگی بدی تمہیں انسان پیدا کیا جائے، اگر برے کام کرو گے تو تمہیں جانور ہی بن سکتے ہو، کیڑے مکوڑے بن سکتے ہو، کھوتے گھوڑے بن سکتے ہو، کتے بلے بن سکتے ہو۔ ایک عجیب عقیدہ ہے، دنیا دار کے حساب سے کوئی قوم بہت سیانی، مگر دین اپنے ایمان کی گل ہوے تو کیڑے مکوڑے کی پرستش کر لا پہ، جانور کی پرستش کر لا پہ، میری سمجھ گل نہیں آتی۔ پھر کہتے بات کرتے کہ زنا کے باعث سزا یاب ہو کر گائے کی جون میں آئی، اور نال ہی کہتے دوسری طرف دیکھو کہ اسی مجرمہ فاسقہ عورت کے ہندوؤں، یہ صفحہ نمبر کتاب دا جو مسئلہ اگر کسی دیکھنا ہوئے 185 ہے، 185۔ پھر اسی مجرمہ فاسقہ عورت کے ہندوؤں کے خیالات میں کس قدر تعظیم و تکریم جمی ہوئی ہے کہ گویا اسی کے دم کو پکڑ کر پار ہونا ہے، یہاں تک اس کی بزرگی تسلیم کی جاتی ہے کہ اس کے عوض کسی انسان کا خون کرنا اس کے نزدیک کچھ بھی گناہ نہیں بلکہ ثواب کی بات ہے، اگرچہ ایسی حرکات کبھی کبھی اب بھی ہندو لوگ شوخی کی راہ سے کر بیٹھتے ہیں۔ چنانچہ کوکوں کا یعنی پنڈ کا نام ہے بامقام امرتسر، کئی قصابوں کو بے رحمی سے قتل کرنا ایک ایسا تازہ واقعہ ہے جس میں کچھ زیادہ مدت نہیں گزری، لیکن سکھوں کے عہد حکومت میں تو بڑے زور و شور سے حکام یعنی کہ حکم دی وجہ سے ایسی وارداتیں ہوتی تھیں۔ سکھوں کے دور حکومت پنجاب میں 50 برس کے اندر سکھوں کا دور حکومت پنجاب میں 50 برس کے اندر شروع بھی ہوا اور ختم بھی ہو گیا۔ اس زمانہ کی تحریروں اور واقفکاروں کے بیانات تائیدی سے یہ پردرد ماجرا معلوم ہوتا ہے کہ اس ایوان کے اگر کسی اتفاقی زخم لگ جانے یا کبھی کبھی کسی فاقہ کش کے ہاتھ سے ذبح کیے جانے پر 4000 سے کچھ زیادہ مسلمان متفرق مقامات اور دفات زمانہ عملداری سکھوں میں نہایت درد انگیز اور بے رحمی کے طریقوں سے قتل کیے گئے اور جلائے گئے اور پھانسی دیے گئے، اور اس سکھا شاہی میں ہمیشہ اس منحوس جانور کی حمایت میں ہندوؤں سے ایسی ہی ظالمانہ حرکتیں ہوتی رہیں، یہاں تک کہ آخر مظلوموں کی فریاد جناب الہی میں سنی گئی، اور اس جانور اس کے حامیوں پر جو حقیقی انعام کرنے والا منہم حقیقی کا غضب بڑھا، اور اس نے انان حکومت ہمیشہ کے لیے ہر یک زمانہ اور مقام سے ان کے ہاتھ سے چھین لی، اور ایک ایسی مہذب قوم کو ابر رحمت کا دور سے لایا جس میں انسان اور حیوان میں فرق کرنے کی لیاقتیں موجود تھیں۔ یعنی کہ انگریز آگے انہوں نے آخیا کہ انسان کی قیمت زیادہ ہے، جانور ہے، اس طرح مار کٹائی کرنا، قتل و غارت کرنی، یہ تو مناسب بالکل نہیں ہے، ٹھیک ہے۔ اسی طرح دیکھو نا مطلب کہ ہوں اس زمانے دے وچ کیا مسلمانوں تے کہ ظلم نہیں پہ ہوتے، پیچھے اج تازے مودی صاحب کے زمانے کے تازے ظلم پھر شروع ہو گئے۔ انگریزاں نے آ کے جیسے انہوں نے پیڑا کرنا نا، انگریزاں نے آ کے تے یہ ظلم روکیا سی کہ بھئی کسی انسان نو کسی جانور واسطے نہیں مارنا، بے شک تمہیں کتنا ہی پیارا آئے جو مرضی ہے، اور ویکھو عقیدہ بھی کی ہے کہ ایک پاسے کہنے کہ ایک ناپاک بدکار عورت سی پہلا اپنی پہلی زندگی چ، اور برمنی سی جڑی برمن ہندوؤں دی ٹاپ دی قوم ہے، ٹھیک ہے، نمبر 1 قوم ہے، اور دوسرے پاسے اس ناپاک عورت واسطے جذب جڑی کہ گاں دی جون چ نویں زندگی نو لبھی ہے، جڑی وہ گاں دی جون وچ پیدا ہوئی ہے، اور دوسرے پاسے اس ناپاک عورت دی خاطر مارن تیار ہو جاتے ہیں اور مارتے ہیں۔ اج کل جو تازے حالات نے، اس وقت میڈیا نہیں سی، پرنٹ میڈیا ہی ہوندا سی، یہ 1886 کی گل ہے جی میں تمہیں سنانا پیا، تو کتاب نے سرما چشمے آریہ، اگر کسی بھائی نے پڑھنی ہوئے، روحانی خزائن جلد نمبر 2، اج تو بڑے مہذب ہو گئے نا، کہنا سی مذہب اج بھی کوئی نہیں یہ بدلیا، اج بھی جتنے مسلمانوں کے شک کسی کو مارنا ہے نا، جیکن پاکستان چونے سال کا جھوٹا الزام لا سکتے کسی تو کوئی سنتا گنتا ہی کوئی نہیں، بچارے کسی وہی گل ہی کوئی نہیں سنتا، مار کے مار سکتی دنیا، چلے دو پاسی موجود نے۔ میری کئی دفعہ بہت ہی مہذب شریف ہندوؤں لوگوں نے گل ہوئی ہے جہے کہتے ہیں بھائی اسی اپنی ماں یہ کوئی نہیں منتے،
ਅਸੀਂ ਇਹਨੂੰ ਇੱਕ ਜਾਨਵਰ ਸਮਝਦੇ ਹਾਂ। ਮਗਰ ਕੀ ਕਰੀਏ ਕਿ ਬਦਬਖਤ ਲੋਕ ਕੋਈ ਐਸੇ ਨਹੀਂ ਜਿਹੜੇ ਮਜ਼ਹਬ ਦੇ ਨਾਂ ਤੇ ਕਿਸੇ ਨੂੰ ਕਹਿੰਦੇ ਓਏ ਜੀ ਇਸਨੇ ਗਾਏ ਪਤਨਾ ਕੋ ਮਾਰ ਦਿਆ। ਉਹ ਸੁਣਦੇ ਗਿਣਦੇ ਕੁਝ ਵੀ ਨਹੀਂ ਉੱਥੇ ਵੀ, ਜਿਵੇਂ ਸਾਡੇ ਨੇ ਨਾ ਪਠਾਣਾਰ ਇੱਟਾਂ ਮਾਰ ਮਾਰ ਕੇ ਬੰਦੇ ਨੂੰ ਮਾਰ ਸਕਦੇ। ਬਾਅਦ ਪਤਾ ਲੱਗਾ ਕਿ ਉਸ ਬੰਦੇ ਨੇ ਤੇ ਵਿਚਾਰੇ ਨੇ ਕੁਝ ਕੀਤਾ ਹੀ ਨਹੀਂ ਹੁੰਦਾ। ਉਹਨੇ ਤੇ ਮੁਰਗੀ ਦਾ ਗੋਸ਼ਤ ਖਾਦਾ ਜਾਂ ਬੱਕਰੀ ਦਾ ਗੋਸ਼ਤ ਖਾਦਾ ਜਾਂ ਉਹਦੇ ਲੈ ਕੇ ਜਾ ਰਿਹਾ ਸੀ ਕਰੇ। ਵੈਲ ਇਹ ਇੱਕ ਸੋਚਣ ਵਾਲੀ ਗੱਲ ਜੇ ਅੱਜ ਵੀ ਇਹ ਇਸ਼ੂ ਮੌਜੂਦ ਹੈ। ਇਹ ਇੱਕ ਨਵੀਂ ਗੱਲ ਤੁਹਾਨੂੰ ਦੱਸੀ ਜਿਹੜੀ ਕਿ ਇਹ ਅੱਜ ਦਾ ਪੁਰਾਣਾ ਇਸ਼ੂ ਹੈ, ਇਹ ਤਾਂ ਨਵਾਂ ਇਸ਼ੂ ਨਹੀਂ ਹੈ। ਮਗਰ ਕਿਆ ਕੁਝ ਬਦਲਿਆ? ਕੁਝ ਵੀ ਨਹੀਂ ਬਦਲਿਆ। ਅੱਲਾਹ ਪਾਕ ਕਿ ਮੁਸਲਮਾਨਾਂ ਨੂੰ ਜਿਹੜਾ ਵਾ ਆਪਣੀ ਹਿਫਾਜ਼ਤ 'ਚ ਰੱਖੇ, ਮਜ਼ਲੂਮਾਂ ਨੂੰ। ਔਰ ਨਾਲ ਹੀ ਜਿਤਨੇ ਵੀ ਗੈਰ ਮੁਸਲਿਮ ਹਿੰਦੂ ਔਰ ਸਿੱਖ ਸਾਡੇ ਭਾਈ ਨੇ, ਜਿਹੜੇ ਸ਼ਰੀਫ ਲੋਕ ਨੇ, ਜਿਹੜੇ ਬੁਨਿਆਦ ਪ੍ਰਸਤ ਨਹੀਂ ਹੈ, ਉਹਨਾਂ ਨੂੰ ਇਹ ਸਮਝਣ ਦੀ ਤੌਫੀਕ ਦੇ ਕਿ ਬਈ ਇਨਸਾਨ ਇਨਸਾਨ ਹੈ ਤੇ ਜਾਨਵਰ ਜਾਨਵਰ ਹੈ। ਅਸਲਾਮ ਵਾਲੇਕੁਮ ਰਹਿਮਤੁல்லாਹ।